अस्सलाम वालेकुम। वालेकुम सलाम जी। बजुर्गो की नाम है ਤੁਹਾਡਾ? मुश्ताक अहमद। मुश्ताक अहमद साहब, ਤੁਸੀਂ ਆਪਣੇ ਇਲਾਕੇ 'ਚ ਬੜੇ ਮਸ਼ਹੂਰ ਬੰਦੇ ਹੋ जी। ਤੁਸੀਂ ਬਹੁਤ ਸਿਆਣੇ ਔਰ ਦੇਸੀ ਇਲਾਜ ਦੇ ਹਵਾਲੇ ਨਾਲ ਲੋਕਾਂ ਦੇ ਬੜੇ ਕੰਮ ਆਉਂਦੇ ਹੋ ਔਰ ਫੀਸ ਵੀ ਲਾਉਂਦੇ ਹੋ जी ਅੱਜ ਅਸੀਂ ਇੱਕ ਵਾਰੀ ਫੇਰ ਤੁਹਾਡੇ ਕੋਲ ਪੁੱਛਾਂਗੇ ਕਿ ਜਿਹੜਾ ਡੰਗਰ जी ਹੀਟ 'ਚ ਨਹੀਂ ਆਂਦਾ, ਗਰਮ ਨਹੀਂ ਹੁੰਦਾ, ਉਹਦੀ ਵਜ੍ਹਾ ਕੀ ਹੈ, ਉਹਦਾ ਇਲਾਜ ਕੀ ਹੈ? जी ਇਹ ਖੁਸ਼ਕ ਹੁੰਦਾ ਨਾ ਡੰਗਰ ਅੰਦਰੋਂ, ਜੀ ਭਰਿਆ ਵੀ ਹੁੰਦਾ, ਖੁਸ਼ਕ ਹੁੰਦਾ ਅੰਦਰੋਂ, ਨਹੀਂ ਹੀਟ ਚ ਆਂਦਾ। ਠੀਕ ਹੈ, ਇਹਨੂੰ ਹੀਟ ਚ ਲਿਆਉਣ ਲਈ ਫਿਰ ਕੋਈ ਨੁਕਤੇ, ਕੋਈ ਗੁੜ ਛੋੜ, ਕੋਈ ਖੁਰਾਕ ਦੇਣੀ ਪੈਂਦੀ ਹੈ। ਸਹੀ ਹੈ। ਯਾਨੀ ਇੱਕ ਡੰਗਰ ਪਲਿਆ ਵੀ ਹੈ, ਹਾਂਜੀ ਸਿਹਤਮੰਦ ਵੀ ਹੈ, ਹਾਂਜੀ ਫਿਰ ਵੀ ਹੀਟ 'ਚ ਨਹੀਂ ਆਂਦਾ ਪਿਆ। ਹੀਟ 'ਚ ਨਹੀਂ ਇਹ ਕਹਿ ਵਜ੍ਹਾ ਹੋ ਸਕਦੀ ਹੈ, ਇਹ ਕੁੰਜੀ ਕਮਜ਼ੋਰ ਹੈ। ਹਾਂ ਕਮਜ਼ੋਰ ਹੈ। ਤੇ ਦੋਵਾਂ ਦਾ ਵੱਖਰਾ ਵੱਖਰਾ ਇਲਾਜ ਦੱਸਿਓ। ਜਿਹੜਾ ਕਮਜ਼ੋਰ ਹੈ ਤੇ ਉਹਨੂੰ ਵੀ ਅਸੀਂ ਜਿਹੜੇ ਨਾ ਤਾਕਤਵਾਰੀ ਸ਼ਾਇਦ ਦੇ ਕੇ ਤੇ ਬੋਲ ਪੈਂਦਾ ਉਹ ਵੀ ਠੀਕ ਹੋ ਗਿਆ। ਔਰ ਹਾਂਜੀ। ਜਿਹੜਾ ਆਲਰੇਡੀ ਪਹਿਲੇ ਹੀ ਸਿਹਤਮੰਦ ਹੈ, ਹਾਂਜੀ ਸਿਹਤ ਬੰਦੇ ਤੋਂ ਕੁਝ ਖੁਸ਼ ਕੇ ਨਹੀਂ ਨਵਾਂ ਹੁੰਦਾ, ਸਹੀ। ਫਿਰ ਉਹਦਾ ਹਿਸਾਬ ਲਾਣੇ ਆ, ਗਰਮ ਹੈ ਜਾਂ ਸਰਦ ਹੈ ਜਾਂ ਬਹੁਤਾ ਗਰਮ ਹੈ, ਫਿਰ ਉਹਨੂੰ ਉਸ ਤਰ੍ਹਾਂ ਦੇ ਉਹਦੇ ਮੁਤਾਬਕ ਜਿਹੜੀ ਖੁਰਾਕ ਦੇਣੀ ਪੈਂਦੀ। ਸਹੀ ਹੋ ਗਿਆ। ਅੱਛਾ, ਤੁਹਾਨੂੰ ਦੋ ਤਿੰਨ ਗੱਲਾਂ ਕੀਤੀਆਂ ਨੇ, ਅਸੀਂ ਇੱਕ ਇੱਕ ਕਰਕੇ ਕਲੀਅਰ ਕਰਾਂਗੇ। ਜੀ ਇੱਕ ਜਾਨਵਰ ਜਿਹੜਾ ਸਿਹਤਮੰਦ ਹੈ ਔਰ ਉਹ ਨਹੀਂ ਬੋਲਦਾ, ਜੀ ਉਹਦੀ ਵਜ੍ਹਾ ਸਰਦੀ ਵੀ ਹੋ ਸਕਦੀ ਹੈ, ਗਰਮੀ ਵੀ ਹੋ ਸਕਦੀ ਹੈ, ਖੁਸ਼ਕੀ ਵੀ ਹੋ ਸਕਦੀ ਹੈ। ਹਾਂਜੀ ਤੇ ਖੁਸ਼ਕੀ ਜਿਹੜੀ ਹੈ ਉਹਦਾ ਕੀ ਇਲਾਜ ਕਰਦੇ ਹੋ? ਖੁਸ਼ਕੀ ਦਾ ਉਹਦੇ ਇਹੋ ਹੀ ਕਿ ਵੀ ਘਿਓ ਸ਼ਿਓ ਦਿਓ ਉਹਨੂੰ, ਕੋਈ ਅੰਦਰੋਂ ਤਾਰ ਹੋਵੇ, ਸਹੀ ਹੈ। ਤਾਰ ਹੋਵੇ ਜਾਂ ਤੇਲ ਦਿਓ, ਕੋਈ ਸ਼ੈ ਵੀ ਦਿਆਂਗੇ ਨਾ, ਉਹਦੇ ਨਾਲ ਉਹਦੀ ਤਰੀ ਜਿਹੜੀ ਖੁਸ਼ਕੀ ਖਤਮ ਹੋਏਗੀ। ਹਾਂ, ਇਹ ਮਸੈਨ ਹੁੰਦੇ ਨਾ ਬੱਚੇਦਾਨੀ ਦੇ ਵਿੱਚ, ਠੀਕ। ਜਿਹਨੇ ਜੇ ਮਸੈਨ ਪੂਰੇ ਗਰਮ ਨਹੀਂ ਹੋਣ, ਡੰਗਰ ਨਹੀਂ ਬੋਲਦਾ। ਸਹੀ ਹੈ। ਤੇ ਅਗਰ ਇੱਕ ਜਾਨਵਰ ਨਹੀਂ ਪਿਆ ਬੋਲਦਾ, ਜੀ ਉਹਦੀ ਖੁਸ਼ਕੀ ਤੋਂ ਇਲਾਵਾ ਸਰਦੀ ਗਰਮੀ, ਉਹਦੇ ਤੋਂ ਕੀ ਮੁਰਾਦ ਲਵਾਂਗੇ? ਉਹਦੇ ਤੋਂ ਮਿਲਾਵ ਹੈ ਕਿ ਉਹਨੂੰ ਫਿਰ ਘਿਓ ਪਾ ਕੇ ਨਾ ਤੇ ਆਲਿਆਂ ਬਣਾ ਕੇ, ਦੇਸੀ ਕਾੜਾ ਜਿਹੜਾ ਨਾ ਬਣਾ ਕੇ ਦੁੱਧ ਸ਼ੁੱਧ ਪਾ ਕੇ ਦੋ ਤਿੰਨ ਦੇਈਏ ਤੇ ਬੋਲ ਪੈਂਦੇ। ਇਹ ਜਿਹੜਾ ਦੇਸੀ ਕਾੜਾ ਵੇ, ਇਹਦੀ ਹਾਂਜੀ। ਮਿਕਦਾਰ ਦੱਸਿਓ, ਕਿਹੜੀ ਕਿਹੜੀ ਚੀਜ਼ ਪਾਣੀ ਹੈ? ਇਹਦੇ 'ਚ ਇੱਕ ਪਾਅ ਪਾਉਂਦੇ ਹਾਂ ਘਿਓ, ਡਾਲਟਾ ਠੀਕ ਹੈ, ਤੇ ਸਟਾਕੀ ਘਾ ਲਿਆ ਠੀਕ ਹੈ, ਤੇ ਅੱਧਾ ਕਿਲੋ ਦੁੱਧ, ਠੀਕ ਹੋ ਗਿਆ। ਇਹਨੂੰ ਚੰਗੀ ਤਰ੍ਹਾਂ ਪਕਾ ਕੇ ਤੇ ਅੱਛਾ। ਸੀਰ ਗਰਮ ਕਰਕੇ ਨਾਲ ਅੰਦਰ। ਤੇ ਇਹ ਕਦੋਂ ਦੇਣਾ ਉਹਨੂੰ? ਇਹ ਜਿਹੜੇ ਨਾ ਡੰਗਰ ਬੋਲੇ 3 ਵਾਰੀ ਦੇ ਬੋਲ ਪੈਂਦਾ। ਤੇ ਉਹਨੂੰ ਸ਼ਾਮ ਨੂੰ ਦੇਣਾ ਜਾਂ ਸਵੇਰ ਦੇਣਾ? ਨਹੀਂ ਸ਼ਾਮ ਨੂੰ ਪੱਠੇ ਖਿਲਾ ਤੋਂ ਬਾਅਦ ਕੇ, ਪੱਠੇ ਖਿਲਾ ਖਲੂ ਕੇ ਸ਼ਾਮ ਨੂੰ, ਪਿਛਾਂ ਬੰਨਣ ਹਾਂ ਲੱਗੇ, ਪਿਛਾਂ ਬੰਨਣ ਲੱਗੇ। ਉਹਦੇ ਬਾਅਦ ਨਹੀਂ ਕੁਝ ਦੇਣਾ? ਨਹੀਂ ਠੀਕ ਹੋ ਗਿਆ। ਇੱਕ ਤੇ ਇਹ ਗੱਲ ਕਲੀਅਰ ਹੋ ਗਈ ਕਿ ਇਹ ਖੁਸ਼ਕੀ ਦਾ ਇਲਾਜ ਹੋ ਗਿਆ। ਜੀ। ਤੇ ਸਰਦੀ ਗਰਮੀ ਦਾ ਜ਼ਰਾ ਫਿਰ ਵਾਜ਼ੇ ਕਰਿਓ ਕਿ ਸਰਦੀ ਦੀ ਵਜ੍ਹਾ ਨਾਲ ਕਿਉਂ ਨਹੀਂ ਜਾਨਵਰ ਬੋਲਦਾ ਔਰ ਗਰਮੀ ਦੀ ਵਜ੍ਹਾ ਨਾਲ ਕਿਉਂ ਨਹੀਂ ਬੋਲਦਾ? ਗਰਮੀ ਦੀ ਵਜ੍ਹਾ ਨਾਲ ਤਾਂ ਡੰਗਰ ਬੋਲਦਾ ਕਿ ਅੰਦਰ ਪੈ ਜਾਂਦੀ ਖੁਸ਼ਕੀ, ਠੀਕ ਹੈ। ਗਰਮ ਹੁੰਦਾ ਡੰਗਰ, ਸੌਖਾ ਵੀ ਹੁੰਦਾ ਨਹੀਂ ਡੰਗਰ ਆਪਣਾ ਆਪ ਜਿਹੜਾ। ਯਾਨੀ ਕਿ ਹਾਂ। ਗਰਮੀ ਹੋਏ ਜਾਂ ਸਰਦੀ ਹੋਏ, ਹਾਂ। ਵਜ੍ਹਾ ਖੁਸ਼ਕੀ ਹੀ ਹੈ। ਹਾਂਜੀ ਜ਼ਬਰਦਸਤ ਹੋ ਗਿਆ। ਜੀ। ਔਰ ਅਗਰ ਅਸੀਂ ਇਹਨੂੰ ਕਾੜਾ ਬਣਾ ਕੇ ਦੇਵਾਂਗੇ, ਜੀ। ਜਿਹੜਾ ਤੁਸੀਂ ਫਾਰਮੂਲਾ ਦੱਸਿਆ ਹੈ, ਹਾਂਜੀ। ਤੇ ਡੰਗਰ ਦੋ ਤਿੰਨ ਦਿਨਾਂ ਬਾਅਦ ਬੋਲ ਇਹ ਪਏਗਾ। 15 ਨੂੰ ਬੋਲੇ, ਇੱਕ ਚੰਨ ਨੂੰ ਦੇ ਸ਼ੁਰੂ ਕਰਾਂਗੇ ਨਾ, ਅੱਛਾ। ਦੂਜੇ ਚੰਨ ਨੂੰ ਬੋਲਿਆ ਹੋਏਗਾ। ਅਗਰ ਬਿਲਫਰਜ਼ ਅਸੀਂ ਉਹਨੂੰ 3 ਦਿਨ ਲਗਾਤਾਰ ਦੇ ਦਿੰਨੇ ਆ, ਜੀ ਫੇਰ ਵੀ ਨਹੀਂ ਬੋਲਦਾ, ਫਿਰ ਇਹ ਨੁਸਖਾ ਦੁਬਾਰਾ ਦੇ ਦਈਏ? ਹਾਂ, ਫਿਰ ਮੁੜ ਦੁਬਾਰਾ ਦੇ ਆਏ ਛੱਡ ਕੇ ਉਹਨੂੰ ਫਿਰ ਦੇਖੋ ਕਿਉਂ ਨਹੀਂ ਬੋਲਿਆ, ਕੀ ਹਿਸਾਬ ਹੈ। ਕਿੰਨੇ ਦਿਨ ਛੱਡ ਕੇ ਦਈਏ? ਇਹ ਕੋਈ 15 ਛੱਡਣਾ ਪੈਂਦਾ। ਇੱਕ 15 ਦੇ ਰਿਹਾ ਨਾ ਅੱਛਾ, ਚੰਨ ਦੇ ਵਿੱਚ, ਠੀਕ ਹੋ ਗਿਆ। ਚੰਨ ਦੇ ਹਿਸਾਬ ਨਾਲ ਡੰਗਰ ਬੋਲਦਾ, ਚੰਨੂ ਪਹਿਲਾਂ ਬੋਲਦਾ ਵੀ ਨਹੀਂ। ਜ਼ਬਰਦਸਤ। ਹਾਂਜੀ, ਤੇ ਨਹੀਂ ਬੋਲਿਆ ਤੇ ਫਿਰ ਉਹਨੂੰ ਮੁੜ ਦੂਜੀ ਵਾਰੀ ਫਿਰ ਲਾ ਦੋ। ਫਿਰ ਡੰਗਰ ਤਗੜਾ ਹੈ ਨਾ, ਜੀ। ਤੇ ਫਿਰ ਇਹ ਹੀਟ 'ਚ ਆ ਜਾਂਦਾ ਇਹਦੇ ਨਾਲ, ਤਿੰਨਾਂ ਕਾੜਿਆਂ ਨਾਲ। ਤੇ ਜੇ ਬਿਲਕੁਲ ਹੀ ਕਮਜ਼ੋਰ ਹੋਏਗਾ ਤੇ ਉਹ ਵੀ ਹਾਲ ਜਾਂਦਾ ਇਹਦੇ ਨਾਲ, ਸਹੀ ਹੈ। ਕਿਉਂਕਿ ਇਹ ਮਸਾਨ ਦੇ ਅੰਦਰੋਂ ਲਾਉਣੇ ਨੇ। ਜੀ ਜੀ। ਭਾਵੇਂ ਉਹ ਕਮਜ਼ੋਰ ਹੈ, ਜੋ ਮਰਜ਼ੀ ਅੰਦਰ ਤਾਕਤ ਦੇਣੀ ਇਹਨੇ, ਹਾਂ, ਗਰਮ ਹੋਣਾ ਹੈ ਡੰਗਰ, ਫਿਰ ਬੋਲਣਾ ਹੈ। ਸਹੀ ਹੋ ਗਿਆ। ਅੱਛਾ ਚਾਚੂ ਮੁਸ਼ਤਾਕ ਸਾਹਿਬ, ਇਹ ਦੱਸਿਓ ਕਿ ਇਹ ਤਿੰਨ ਕਾੜੇ ਦੇਣੇ ਨੇ ਜੀ 3 ਔਰ 3 ਹੀ ਕਾਫੀ ਨੇ? 3 ਹੀ ਕਾਫੀ ਨੇ। ਔਰ ਅਗਰ ਨਹੀਂ ਬੋਲੇ ਤਾਂ ਫਿਰ ਦੁਬਾਰਾ ਨੁਸਖਾ? ਫਿਰ ਮਹੀਨੇ ਬਾਅਦ ਕਰਨਾ ਪੈਣਾ। ਫਿਰ ਨਾਲ ਨਹੀਂ ਬੋਲੇ, ਗੁੜ ਦੇ ਲਈ ਜਾਂ ਮੋਠੇ ਕ ਅੱਛਾ, ਲੂਣ ਵਿੱਚ ਪਾ ਕੇ ਨਾ ਚਿੱਟਾ, ਠੀਕ ਹੈ। ਤੇ ਇਹ ਦੇਈ, ਇਹਦੇ ਨਾਲ ਡੰਗਰ ਥੋੜੀ ਤੋਰ ਬੋਲਦਾ ਹੈ। ਸਹੀ ਹੋ ਗਿਆ। ਹਾਂ। ਯਾਨੀ ਇਹ ਤੇ ਤੁਹਾਡਾ ਹੋ ਗਿਆ ਕਿ ਡੰਗਰ ਜਿਹੜਾ ਵੀ ਬੋਲ ਪਏ। ਹਾਂਜੀ ਹਾਂਜੀ। ਤੇ ਇਸ ਤੋਂ ਇਲਾਵਾ ਤਾਂ ਨਹੀਂ ਕੋਈ ਚੀਜ਼ ਦੇਣੀ? ਨਹੀਂ, ਇਸ ਤੋਂ ਇਲਾਵਾ ਕੋਈ ਨਹੀਂ। ਬੰਡ ਛੰਡ ਖਾਂਦਾ ਡੰਗਰ, ਉਹ ਵੀ ਸੁੱਕੇ ਗਿੱਲੇ ਦਾ ਹਿਸਾਬ ਲਾ ਲੈਂਦੇ ਆ। ਸਹੀ। ਇਹ ਸਰਦ ਹੈ, ਗਰਮੀ ਕਰਦਾ ਹੈ, ਜ਼ਹਿਰ ਕਰਦਾ ਹੈ। ਇੱਕ ਜ਼ਹਿਰ ਇਹਨੇ ਡੰਗਰ ਨੂੰ ਘਟਾਉਂਦਾ ਹੈ, ਲੂਈ ਪਾੜਦੀ ਹੈ, ਤੇ ਉਹ ਫਿਰ ਟਿਰਮ ਹੁੰਦੇ ਨੇ ਉਹਦੇ ਅੰਦਰ, ਉਹਦੇ ਹਿਸਾਬ ਕਿਤਾਬ ਨਾਲ ਡੰਗਰ ਨੂੰ ਘਟੋਇਆ ਰਹਿੰਦਾ, ਪੱਠੇ ਨਹੀਂ ਖਾਂਦਾ। ਸਹੀ ਹੈ। ਫਿਰ ਉਹਨੂੰ ਜਿਸ ਤਰ੍ਹਾਂ ਦਾ ਵੰਡ ਉਹ ਚੁੱਕੇ ਇੰਜ ਦਾ ਚੁਕਾਉਣਾ ਉਹਨੂੰ। ਠੀਕ ਹੈ, ਯਾਨੀ ਜੋ ਜ਼ਿਆਦਾ ਖਾਏ ਹਾਂਜੀ, ਉਹੀ ਦੇਣਾ। ਉਹ ਦੇਣਾ। ਜ਼ਬਰਦਸਤ ਹੋ ਗਿਆ। ਅੱਛਾ ਚਾਚੂ ਜੀ, ਹੁਣ ਸਾਡੀ ਮੱਝ ਜਿਹੜੀ ਹੈ ਨਾ, ਹਾਂਜੀ ਉਹ ਬੋਲ ਪਈ ਹੈ। ਹਾਂਜੀ ਬਾਜ਼ ਔਕਾਤ ਜਿਹੜੇ ਸਿਆਣੇ ਬੰਦੇ ਹੁੰਦੇ ਨੇ ਤੁਹਾਡੇ ਵਰਗੇ, ਉਹਨਾਂ ਨੂੰ ਤੇ ਸਾਫ਼ ਪਤਾ ਚੱਲ ਜਾਂਦਾ ਹੈ ਕਿ ਮੱਝ ਜਿਹੜੀ ਹੈ ਬੋਲਣ ਵਾਲੀ ਹੈ, ਜੀ ਹੋਰ ਦੋ ਦਿਨਾਂ ਨੂੰ ਉਹਨਾਂ ਨੇ ਬੋਲ ਪੈਣਾ ਹੈ, ਹਾਂਜੀ ਜਾਂ ਫਲਾਣੇ ਝਾਂਚੇ ਨੇ ਬੋਲ ਪੈਣਾ ਹੈ। ਜੀ ਲੇਕਿਨ ਕੁਝ ਬੰਦੇ ਹੁੰਦੇ ਨੇ, ਉਹਨਾਂ ਨੂੰ ਨਹੀਂ ਵੀ ਸਮਝ ਆਉਂਦੀ, ਜਾਂ ਕੁਝ ਮੱਝਾਂ ਮੀਣੀਆਂ ਹੁੰਦੀਆਂ ਨੇ, ਜੀ ਉਹਨਾਂ ਦਾ ਨਹੀਂ ਪਤਾ ਚੱਲਦਾ ਕਿ ਬੋਲੀ ਹੈ ਕਿ ਨਹੀਂ। ਹਾਂਜੀ ਹੁਣ ਇੱਕ ਨਵੇਂ ਬੰਦੇ ਨੂੰ ਜਾਂ ਈਵਨ ਸਮਝਦਾਰ ਬੰਦੇ ਨੂੰ ਜੀ ਤੁਸੀਂ ਉਹ ਨੁਸਖਾ ਦੱਸੋ। ਇੱਕ ਕਾਮਨ ਜਿਹਾ ਸਵਾਲ ਹੈ ਕਿ ਮੱਝ ਬੋਲ ਪਈ ਹੈ ਤੇ ਕਿਸ ਤਰ੍ਹਾਂ ਪਤਾ ਚੱਲੇ? ਇਹ ਤੂੰ ਮੱਝ ਦਾ ਇਸ ਤਰ੍ਹਾਂ ਹੀ ਪਤਾ ਚੱਲਣਾ ਕਿ ਮੱਝ ਦੀ ਸੀਂਗ ਜਿਹੜੇ ਬੋਲੇਗੀ ਨਾ, ਜੀ। ਇਹ ਬਿਲਕੁਲ ਜਿਸ ਤਰ੍ਹਾਂ ਸੂਣ ਦੇ ਨਹੀਂ ਡੰਗਰ ਆ ਜਾਂਦਾ, ਅੱਛਾ, ਭਾਰੀ ਹੁੰਦੀ। ਠੀਕ ਹੈ। ਇਹ ਜੀ ਬੜੀ ਪੱਕੀ ਨਿਸ਼ਾਨੀ ਹੁੰਦੀ, ਫਿਰ ਡੰਗਰ ਬੋਲਦਾ ਹੈ।
ਠੀਕ ਹੋ ਗਿਆ। ਜੇ ਡੰਗਰ ਅਸੀਂ ਆਪਣੀ ਕੁੱਟੀ ਰੱਖੇ ਫਿਰ ਡੰਗਰ ਬੋਲਦਾ ਹੀ ਨਹੀਂ। ਯਾਨੀ ਭਾਰੇ ਤੋਂ ਕੀ ਮੁਰਾਦ ਕਿ ਉਹ ਵਜੂਦ ਉਹਦਾ ਫੁੱਲ ਜਾਂਦਾ? ਹਾਂ ਨਹੀਂ ਵਜੂਦ ਨਹੀਂ, ਜਿਸ ਤਰ੍ਹਾਂ ਸੂਣ ਵਾਲਾ ਡੰਗਰ ਲਮਕਦਾ ਹੈ ਨਾ, ਅੱਛਾ, ਇੰਝ ਲਮਕਦਾ ਹੈ। ਲਮਕਦਾ ਹੈ ਇੰਜ ਮੈਂ ਬੋਲੀ में ही ਲਮਕੇਗੀ ਜ਼ਰੂਰ। ਅੱਛਾ, ਹਾਂ ਲਮਕੇਗੀ। ਲਮਕੇਗੀ। ਠੀਕ ਹੋ ਗਿਆ। ਯਾਨੀ ਲਮਕਣ ਤੋਂ ਮੁਰਾਦ ਹੈ ਕਿ ਜਿਸ ਤਰ੍ਹਾਂ ਡੰਗਰ ਸੂਣ ਵਾਲਾ ਹੋ ਜਾਂਦਾ ਹਾਂ ਜੀ, ਉਸ ਤਰ੍ਹਾਂ ਹੋਈ ਹੈ। ਉਸ ਤਰ੍ਹਾਂ ਇਹਨੇ ਜਿਹੜਾ ਨਰਮ ਹੋਣਾ ਪਰਤ ਕੇ ਫਿਰ ਡੰਗਰ ਬੋਲਦਾ ਹੈ। ਠੀਕ ਹੋ ਗਿਆ। ਯਾਨੀ ਡੰਗਰ ਨਰਮ ਹੋਏਗਾ ਤਾਂ ਮਤਲਬ ਹੈ ਡੰਗਰ ਬੋਲੇਗਾ, ਬੋਲਣ ਵਾਲਾ ਹੋ ਗਿਆ ਜਾਂ ਬੋਲ ਪਿਆ। ਬੋਲ ਪਿਆ। ਦੂਸਰੀ ਨਿਸ਼ਾਨੀ ਦੁੱਧ ਦੀ ਦੱਸਿਓ, ਥਣਾ ਦੀ ਦੱਸਿਓ ਜੀ। ਹੁਣ ਇਹ ਡੰਗਰ ਬੋਲਣ ਦੇ ਆਇਆ, ਗਰਮ ਹੋਇਆ ਡੰਗਰ ਫੁੱਲ ਗਰਮ ਹੈ ਜੀ। ਤੇ ਧਾਰਾਂ ਜਿਹੜੀਆਂ ਪਸਮਿਆ ਹੋਏਗਾ ਰੋਜ਼। ਅੱਛਾ, ਜਿਹੜੇ ਉਹ ਚੁਆਈ ਕਰਨ ਵਾਲਾ ਜਾਂ ਚਵਾਵਾ ਚੁਆਈ ਕਰੇਗਾ ਨਾ, ਉਹਨੂੰ ਪਤਾ ਚੱਲ ਜਾਂਦਾ ਹੈ। ਜਿਸ ਦਿਨ ਧਾਰਾਂ ਪਰਤੇਗਾ ਨਾ, ਕਈ ਉਸ ਦਿਨ ਬੋਲੀਆਂ ਹੁੰਦੀਆਂ, ਕਈ ਦੂਏ ਦਿਨ ਬੋਲਦੀਆਂ, ਕਈ ਤੀਏ ਦਿਨ। ਅੱਛਾ। ਇਸ ਤੋਂ ਅੱਗੇ ਫਿਰ ਨਵਾੜ ਛੱਡ ਜਾਂਦਾ ਡੰਗਰ। ਯਾਨੀ ਜਿਹੜੇ ਉਹਦੇ ਥਣ ਨੇ, ਜਿਹੜੇ ਉਹਦੇ ਧਾਰਾਂ ਨੇ, ਉਹ ਸਖਤ ਹੋ ਜਾਣਗੀਆਂ। ਨਹੀਂ ਸਖਤ ਨਹੀਂ ਹੁੰਦੀਆਂ, ਉਹਨੇ ਬਿਲਕੁਲ ਧਾਰਾਂ ਪਾਣੀਆਂ ਨਹੀਂ, ਜੋ ਚੋ ਕੇ ਛੱਡੀ ਹੁੰਦੀ ਹੈ ਨਾ, ਅੱਛਾ। ਇਸ ਤਰ੍ਹਾਂ ਹੁੰਦੀਆਂ ਨੇ ਫਿਰ। ਅੱਛਾ, ਹਾਂ ਫਿਰ ਡੰਗਰ ਨੇ ਨਾ ਇੱਕ ਦਿਨ ਜਾਂ 2 ਦਿਨ ਜਾਂ ਤੀਸਰੇ ਦਿਨ ਹਾਂ, ਨਿਹਾਲ ਫਿਰ ਇਹਨਾਂ 3 ਦਿਨਾਂ ਦੇ ਅੰਦਰ ਅੰਦਰ ਡੰਗਰ ਬੋਲ ਪੈਂਦੇ। ਜ਼ਬਰਦਸਤ। ਇਹ ਦੂਜੀ ਨਿਸ਼ਾਨੀ ਹੈ। ਇਹ ਦੂਸਰੀ ਇਸ ਤੋਂ ਇਲਾਵਾ ਵੀ ਕੋਈ ਨਿਸ਼ਾਨੀ ਹੈ ਕਿ ਡੰਗਰ ਬੋਲ ਪਿਆ? ਇਹ ਨਿਸ਼ਾਨਾ ਫਿਰ ਉਹੀ ਹੈ ਕਿ ਸੀ ਤੋਂ ਹਿਸਾਬ ਲੱਗ ਜਾਂਦਾ ਹੈ। ਸਹੀ ਹੋ ਗਿਆ। ਹਾਂ। ਕੁਝ ਲੋਕ ਕਹਿੰਦੇ ਨੇ ਕਿ ਉਹਦੇ ਜਿਹੜੇ ਗੱਭਣ ਮੈਂ ਵੇ ਗੱਭਣ, ਜੀ ਉਹਦੀਆਂ ਕੁਝ ਨਿਸ਼ਾਨੀਆਂ ਹੁੰਦੀਆਂ ਨੇ ਕਿ ਉਹਦੇ ਵਾਲ ਪੁੱਟੀਏ ਜਾਂ ਉਹਨੂੰ ਉਹਦੇ ਦਬਾਈਏ। ਜੀ ਜੀ। ਗੱਭਣ ਮੈਂ ਦੀ ਕਿਸ ਤਰ੍ਹਾਂ ਪਛਾਣ ਕਰੀਏ ਅਸੀਂ? ਇਹ ਮੈਂ ਨਹੀਂ ਗੱਭਣ ਹੋ ਗਈ ਹੈ। ਇਹ ਨਹੀਂ ਪਛਾਣੇ ਜੀ, ਹੱਥ ਨਾਲ ਹੀ ਹੁੰਦੀ ਹੈ ਜੀ ਸਾਹਿਬ। ਇਹ ਕਰ ਕਰਕੇ ਰੱਜ ਰਹੇ, ਮੈਂ ਵੀ ਆਪਣੇ ਘਰ ਦੀਆਂ ਕਰਨਾ, ਉਹ ਆਪਣੇ ਡੰਗਰ ਦਾ ਪਤਾ ਚੱਲ ਜਾਂਦਾ ਹੈ। ਅੱਛਾ ਜਿਹੜਾ ਰੱਖਿਆ ਨਾ ਮੈਂ ਜਾਨਵਰ, ਜੀ, ਇਹ ਮੈਨੂੰ ਪਤਾ ਚੱਲ ਜਾਂਦਾ ਕਿ ਇਹ 2 ਮਹੀਨੇ ਹੋ ਗਏ ਨੇ ਤੇ ਗੱਭਣੇ ਕੇ ਫੱਟਣੇ। ਸਹੀ ਹੋ ਗਿਆ। ਹਾਂ ਅੱਛਾ ਚਾਚੂ ਜੀ, ਅਸੀਂ ਤੁਹਾਨੂੰ ਪੁੱਛਿਆ ਕਿ ਸਭ ਤੋਂ ਪਹਿਲੇ ਜਿਹੜਾ ਡੰਗਰ ਨਹੀਂ ਖਲੋਂਦਾ ਉਹਦਾ ਤੁਹਾਨੂੰ ਇਲਾਜ ਦੱਸ ਦਿੱਤਾ। ਜੀ। ਜਿਹੜਾ ਡੰਗਰ ਖਲੋ ਜਾਂਦਾ ਹੈ ਜਾਂ ਬੋਲ ਪੈਂਦਾ ਹੈ ਜੀ। ਉਹਦਾ ਵੀ ਤੁਸੀਂ ਇਲਾਜ ਦੱਸ ਦਿੱਤਾ। ਜਿਹੜਾ ਬਣ ਕੇ ਵੀ ਖਰਾਬ ਹੁੰਦਾ ਹੈ ਉਹਦਾ ਵੀ ਤੁਸੀਂ ਬਿਲਕੁਲ। ਸਾਨੂੰ ਪਿਛਲੀ ਵੀਡੀਓ 'ਚ ਇਲਾਜ ਦੱਸ ਦਿੱਤਾ। ਜੀ। ਹੁਣ ਸਾਨੂੰ ਤੁਸੀਂ ਇਹ ਦੱਸੋ ਕਿ ਜਿਹੜਾ ਡੰਗਰ ਇੱਕ ਤਿਆਰ ਹੋ ਗਿਆ ਜੀ। ਔਰ ਗੱਭਣ ਹੋ ਗਿਆ, ਜੀ। ਗੱਭਣ ਮੈਂ ਦੀ ਪਛਾਣ ਕੀ ਹੁੰਦੀ ਹੈ? ਯਾਨੀ ਕਿੰਨਿਆਂ ਮਹੀਨਿਆਂ ਬਾਅਦ ਪਤਾ ਚੱਲਦਾ ਕਿ ਡੰਗਰ ਗੱਭਣ ਹੈ? ਉਹਦੀ ਕੀ ਪਛਾਣ ਹੈ? ਇਹ 3 ਮਹੀਨਿਆਂ ਨੂੰ ਲੱਗ ਪੈਂਦਾ ਡੰਗਰ ਦੱਸਣਗੇ ਮੈਂ ਗੱਭਣ। ਚੌਥੇ ਮਹੀਨੇ ਤੇ ਜਾ ਕੇ ਹਰ ਹਾਈ ਸਾਰੀ ਨੂੰ ਪਤਾ ਚੱਲ ਜਾਂਦਾ ਹੈ। ਜਿਹੜਾ ਬੰਦਾ ਅਣਭੋਲ ਉਹ ਵੀ ਦੇਖਦਾ ਹੈ ਕਿ ਇਹ ਡੰਗਰ ਗੱਭਣ ਹੈ। ਠੀਕ ਹੋ ਗਿਆ। ਤੇ ਜਿਹੜਾ 2.5-3 ਮਹੀਨਿਆਂ ਦਾ ਇਹ ਜਿਹੜਾ ਇਹਦੇ ਚ ਡੰਗਰ ਨੂੰ ਲੱਗ ਪੈਂਦਾ ਆਪਣੀ ਪਛਮ ਦਾ ਸੰਗਣ ਦੇ ਲੈ ਗੱਭਣ। ਠੀਕ ਹੋ ਗਿਆ। ਅੱਛਾ ਹੁਣ ਉਹ ਜਿਹੜੀ ਵਾਲਾਂ ਦੀ ਵੀ ਨਿਸ਼ਾਨੀ ਹੁੰਦੀ ਹੈ, ਕੁਝ ਲੋਕ ਉਹ ਵੀ ਟੂਣਾ ਲਾਉਂਦੇ ਨੇ। ਜੀ। ਇਸ ਤੋਂ ਇਲਾਵਾ ਤੁਸੀਂ ਕੀ ਦੱਸੋਗੇ ਕਿ ਕਿਸ ਤਰ੍ਹਾਂ ਪਤਾ ਕਰੀਏ ਕਿ ਡੰਗਰ ਵਾਕਈ ਗੱਭਣ ਹੈ? ਡਾਕਟਰ ਕਿਸ ਤਰ੍ਹਾਂ ਚੈੱਕ ਕਰਦੇ ਨੇ ਔਰ ਤੁਸੀਂ ਕਿਸ ਤਰ੍ਹਾਂ ਚੈੱਕ ਕਰਦੇ ਹੋ? ਡਾਕਟਰ ਦੀ ਕਰਦੇ ਨਾ ਅੰਦਰ ਹੱਥ ਪਾ ਕੇ, ਉਹ ਦੱਸਿਓ ਕਿਸ ਤਰ੍ਹਾਂ। ਕਿ ਗੋਇਆ ਦੇ ਰਾਹ ਹੱਥ ਪਾਉਣਾ ਨੇ ਉਹਨਾਂ ਨੇ ਅੰਦਰ, ਅੱਛਾ। ਤੇ ਅੰਦਰੋਂ ਜਾ ਕੇ ਫਿਰ ਉਹਨਾਂ ਨੇ ਜਾ ਕੇ ਆਪਣੀ ਉਹ ਰਹਿਮ ਦਾ ਮੂੰਹ ਫੜ ਕੇ ਅੱਛਾ ਫਿਰ ਉਹਨਾਂ ਹੱਥ ਪਾਉਣਾ ਕਿ ਇਸ ਬੱਚੇ ਦਾ ਜੀ ਬੱਚਾ ਹੈ ਜਾਂ ਨਹੀਂ ਹੈ। ਠੀਕ ਹੈ। ਜਿਹੜੀ ਡਾਕਟਰ ਜਿਹੜੇ ਨੇ ਉਹ ਹੱਥ ਵਾੜ ਕੇ ਹਾਂਜੀ। ਤੇ ਉਹ ਜਿਹੜਾ ਉਹ ਗੁਬਾਰਾ ਹੈ ਉਹਨੂੰ ਹਾਂਜੀ। ਫੜ ਕੇ ਚੈੱਕ ਹਾਂਜੀ। ਕਰਦੇ ਨੇ। ਹਾਂਜੀ। ਤੇ ਤੁਸੀਂ ਆਪਣਾ ਦੇਸੀ ਤਰੀਕਾ ਕੀ ਅਜ਼ਮਾਉਂਦੇ ਹੋ? ਨਹੀਂ ਦੇਸੀ ਮੈਂ ਨਹੀਂ ਇਹਦੇ ਚ ਘੱਟ ਕਰਨਾ, ਮੈਂ ਇਸ ਤਰੀਕੇ ਨੂੰ ਘੱਟ ਕਰਨਾ, ਮੈਂ ਕਦੇ ਆਪਣੀ ਸਹਿਬਨ ਆਪਣੀ ਅੱਛਾ, ਕਿਸੇ ਦੇ ਆਪਣੀ ਸੋਚ ਦੇ ਮੁਤਾਬਿਕ। ਆਪਣੀ ਸੋਚ ਦੇ ਮੁਤਾਬਕ ਕਰ ਲੈਣਾ ਆਪਣੀ ਆ, ਕਿਸੇ ਨੂੰ ਨਹੀਂ ਮਸ਼ਹੂਰੀ ਨਹੀਂ ਮੈਂ ਦਿੱਤੀ ਹੈ, ਕਿਉਂਕਿ ਮੇਰੀ ਜਾਨ ਨਹੀਂ ਛੱਡਦੇ ਲੋਕ ਫ੍ਰੀ ਖਾਤੇ ਵਾਲੇ। ਹਾਂ ਅੱਛਾ ਹਾਂ ਨਾ ਕੋਈ ਲੈਣਾ ਦੇਣਾ, ਡਾਕਟਰ ਨੂੰ ਭਲੇ ਛੁੱਟੀ ਕਰਾ ਛੱਡਦੇ ਇੱਧਰੋਂ। ਸਹੀ ਹੈ। ਹਾਂਜੀ। ਇਹ ਨਹੀਂ ਕਿ ਤੁਸੀਂ ਗੱਭਣ ਦੇ ਬਾਰੇ ਚ ਘੱਟ ਦੱਸਦੇ ਹੋ, ਉਂਝ ਅਗਰ ਕਿਸੇ ਨੂੰ ਜ਼ਿਆਦਾ ਮੁਸੀਬਤ ਹੈ ਤੇ ਉਹਦਾ ਇਲਾਜ ਕਰ ਸਕਦੇ। ਹਾਂਜੀ ਹਾਂਜੀ ਬਿਲਕੁਲ। ਠੀਕ ਹੋ ਗਿਆ। ਹਾਂ। ਅੱਛਾ ਚਾਚੂ ਜੀ, ਤੁਹਾਡੇ ਦੇਸੀ ਨੁਸਖੇ, ਤੁਹਾਡੀਆਂ ਗੱਲਾਂ ਬਹੁਤ ਹੀ ਮਜ਼ੇਦਾਰ ਨੇ ਔਰ ਹਾਂਜੀ। ਲੋਕਾਂ ਨੂੰ ਫਾਇਦਾ ਜ਼ਰੂਰ ਮਿਲੇਗਾ। ਜੀ। ਹੁਣ ਸਾਨੂੰ ਥਣ ਦੇ ਹਵਾਲੇ ਨਾਲ ਇੱਕ ਅਕਸਰ ਸਵਾਲ ਪੁੱਛਿਆ ਜਾਂਦਾ ਹੈ ਕਿ ਥਣ ਖਰਾਬ ਹੋਈਏ, ਉਹਨੂੰ ਜੀ। ਚੰਦਰੀ ਹੋਈਏ, ਉਹਦੇ ਚ ਮੀਟ ਕੀ ਹੋਈਏ, ਉਹਦੇ ਚ ਨਾੜ ਆਈਏ, ਉਹਨੂੰ ਸਾੜੂ ਪਾਈਏ, ਜੀ। ਜਾਂ ਫਿਰ ਥਣ ਦੇ ਵਿੱਚ ਇੱਕ ਛੜਨ ਹੁੰਦੀ ਹੈ, ਜੀ। ਉਹ ਮਾਰ ਜੇ, ਤੇ ਥਣ ਦਾ ਫਿਰ ਕਿਸ ਤਰ੍ਹਾਂ ਇਲਾਜ ਕਰੀਏ? ਕੀ ਇਲਾਜ ਹੈ ਔਰ ਕੀ ਦੇਸੀ ਨੁਸਖਾ ਲਾਉਂਦੇ ਹੋ? ਨੇ ਇਹ ਜੀ ਨੁਕਸੇ ਤੇ ਬਹੁਤੇ ਲਾਣੇ ਅਸੀਂ ਟੀਕੇ ਹੀ ਆ, ਅਸੀਂ ਵੀ ਟੀਕੇ ਲਾਣੇ ਆ। ਅੱਛਾ, ਹੁਣ ਜਾਏਗੀ ਜਿਹੜੇ ਛਿਛਰੇ ਆਣੇ ਸ਼ੁਰੂ ਟੀਕੇ ਕਿਹੜੇ ਲਾਉਂਦੇ ਹੋ? ਕੋਈ 5 ਗ੍ਰਾਮ ਦੇ ਲਾਈ ਦੇ ਨੇ ਬਹੁਤੇ ਅਸੀਂ। ਉਹਦੇ ਨਾਲ ਥਣ ਠੀਕ ਹੋ ਹਾਂ ਜਾਂਦਾ? ਬਿਲਕੁਲ ਅੱਲਾ ਦੀ ਔਰ ਅਗਰ ਮਿਹਰ ਨਾ ਹੋਏ ਤੇ ਨਾ ਹੋਏ ਤੇ ਫਿਰ ਦੇਸੀ ਨੁਕਸੇ ਨਾਲ ਲਾਣੇ ਆ ਕੋਈ ਚੀਜ਼ਾਂ ਦੇਸੀ ਨੁਸਖੇ 2-4 ਦੱਸ ਦਿਓ। ਹਾਂਜੀ। ਇਹ ਫਿਰ ਜਿਹਨੂੰ ਦੱਸਿਆ ਕਿ ਇਹ ਗੁੜ ਲਾ ਲਈ ਦੇ ਨਾਲ, ਅੱਛਾ। ਵਿੱਚ ਤੇਲ ਪਾ ਕੇ, ਵਿੱਚ ਠੀਕ। ਚਿੱਟਾ ਲੂਣ ਪਾ ਕੇ, ਅੱਛਾ ਇਹ ਵੀ ਸ਼ੀਸ਼ਿਆਂ ਨੂੰ ਉਤੋਂ ਜਾਲੀ ਨੂੰ ਸਾਫ਼ ਕਰਦੇ ਨਾਲ। ਸਹੀ ਹੈ। ਤੇ ਉਸ ਤੋਂ ਬਾਅਦ ਜਿਹੜਾ ਨਾ ਨਿੰਬੂ ਸ਼ਿੰਬੂ ਨਾ ਇਹ ਵੀ ਦੇ ਲੈਨੇ ਆ ਅਸੀਂ। ਅੱਛਾ ਥਾਣਾ ਦਾ ਵਾਧਾ ਘਾਟਾ ਹੋਏ, ਜਾਲੀ ਦਾ ਵਾਧਾ ਘਾਟਾ ਹੋਏ, ਘਿਓ ਨਾਲ ਨਿੰਬੂ ਦੇ ਲਈ, ਇਹ ਵੀ ਅੰਦਰ ਨੂੰ ਸਾਫ਼ ਕਰ ਛੱਡਦੇ, ਡੰਗਰ ਨੂੰ ਥਣ ਖੋਲ ਛੱਡਦੇ ਨੇ। ਠੀਕ ਹੋ ਗਿਆ। ਹਾਂਜੀ। ਤੇ ਜਿਹੜੀ ਇਹਨੇ ਅੱਛਾ। ਮੀਨਕੀ ਜਿਹੜੇ ਆ ਜਾ ਇਹਨੂੰ ਫੋੜੀ ਤੋੜ ਜਿਹੜੇ ਨਾ ਫਿਰ ਅਸੀਂ ਇਹਨੂੰ ਛੇੜ ਕੇ ਨਾ ਤੇ ਉਹ ਕਰ ਛੱਡਦੇ ਆ, ਜ਼ਖਮ ਬਣਾ ਕੇ ਇਹਦਾ ਤੇ ਨੂੰ ਨਾ ਦਫਾ ਕਰ ਸਹੀ। ਜਾਂਦੇ ਮੁੱਕ ਜਾਂਦੀ ਦੂਸਰੇ ਤੀਸਰੇ ਦੀ। ਯਾਨੀ ਕਿ ਥਣ ਅਗਰ ਉਹ ਧਾਰ ਬਿਲਕੁਲ ਬਰੀਕ ਆ ਮਾਰਨਾ- ਬਰੀਕ ਹੋਏ ਜਿਹੜੇ ਬੰਦ ਹੋਣਾ ਸ਼ੁਰੂ ਹੋਏ ਨਾ, ਅੱਛਾ। ਫੱਟ ਬਲੇਡ ਨਾਲ ਜਿਹੜੇ ਇਹਨੂੰ ਖੋਲ ਗਏ ਨਾ ਹਾਂ ਤੇ ਲੂਣ ਛੂਣ ਲਾ ਕੇ ਉੱਤੇ ਤੇ ਤਮਾਕੂ ਦੀ ਪੱਟੀ ਕਰਕੇ ਬੰਨਣਾ, ਵਿੱਚ ਹੀ ਗਲ ਜਾਂਦੀ, ਫਿਰ ਇਹ ਧਾਗੇ ਬਣ ਕੇ 2-3 ਦਿਨ ਬਾਹਰ ਨਿਕਲ ਆਉਂਦੇ ਨੇ। ਸਹੀ ਹੈ। ਹਾਂ ਤੇ ਉਹ ਜਿਹੜਾ ਆਪਣੇ ਉਂਗਲਾਂ ਦਾ ਨਿਸ਼ਾਨ ਦੱਸਿਆ ਨਾ ਕਿ ਇਸ ਤਰ੍ਹਾਂ ਨੂੰ ਵੱਢ ਕੇ ਥਣ ਨੂੰ
ਤੇ ਥਾਂ- ਉਹ ਕਿਸ ਤਰ੍ਹਾਂ ਉਹਦਾ ਆਪਰੇਸ਼ਨ ਜਿਹੜਾ ਹੈ ਕਰਦੇ ਹੋ? ਥਾਨ ਜਿਹੜਾ ਨਾ ਇਹ ਬਣਾਉਣਾ ਪੈਂਦਾ ਹੈ ਬਲੇਡ ਦੀਆਂ ਚੁੰਝਾਂ, ਅੱਛਾ ਇੱਕ ਸਾਈਡ ਤੋਂ ਰੱਖ ਕੇ ਕੈਂਚੀ ਨਾਲ ਕੱਟ ਕੇ ਨਾ ਠੀਕ ਹੈ। ਬਰੀਕ ਇੱਕ ਪਾਸੇ ਚੁੰਝਾਂ ਕਰਕੇ ਦੋਏ ਚੁੰਝਾਂ ਜੋੜ ਕੇ ਜੀ। ਤੇ ਇੰਜ ਕਰਕੇ ਥਾਂ ਦੇ ਸੁੰਬ ਦੇ ਅੱਗੇ ਰੱਖ ਕੇ ਇੰਜ ਕਰ ਫਰਾਟੀ ਕਰਾਣੀ ਹੈ, ਸਾਰਾ ਨਹੀਂ ਵਿੱਚ ਲੈਣਾ। ਠੀਕ ਹੋ ਗਿਆ। ਜੇ ਫਿਰ ਉਹ ਛਿੱਲੇਗਾ ਵਿੱਚੋਂ ਇਹਨੂੰ, ਠੀਕ ਹੈ, ਥਾਂ ਚੱਲੇ। ਆਸ਼ੇ ਨੂੰ ਵਿੱਚੋਂ ਛਿੱਲੇਗਾ ਵਿੱਚੋਂ ਸਹੀ ਹੈ। ਸੁੰਬ ਨੂੰ ਠੀਕ ਹੈ। ਬੜੀ ਚਰਬੀ ਲੈ ਜਾਏਗੀ ਤੇ ਫਿਰ ਉਸ ਨੂੰ ਦੁਬਾਰਾ ਜਿਹੜੀ ਹੈ ਨਾ 1-2 ਦਿਨ ਸ਼ੀਸ਼ੇ ਆਣਗੇ, ਹਾਂ ਇਹੋ ਕੰਮ ਕਰਨਾ ਉਹਦੇ ਨਾਲ। ਫਿਰ ਜਿਹੜੇ ਸ਼ੀਸ਼ੇ ਆ ਜਾਣ ਫਿਰ ਉਹ ਥਾਂ ਨੂੰ ਲਾ ਲੈਣਾ। ਠੀਕ ਹੈ। ਤੇ ਲੂਣ ਬਣਨ ਵਾਲੇ ਤਮਾਕੂ ਮਾਰ ਲੂਣ ਤੇ ਤਮਾਕੂ ਲੂਣ ਦੇ ਉਹ ਕਿਸ ਤਰ੍ਹਾਂ ਬਣਨਾ ਹੈ? ਇੰਜ ਕਰਕੇ ਮਾਰ ਕੇ ਤੇ ਥਾਂ ਦੇ ਵਿੱਚ ਦੇ ਕੇ ਥੋੜਾ ਜਿਹਾ ਅੱਛਾ ਤੇ ਮੂੰਹ ਦੇ ਅੱਗੇ ਰੱਖ ਕੇ ਉੱਤੇ ਬੰਨ ਛੱਡਣਾ। ਉਹ ਕਿੰਨਾ ਥੋੜਾ ਜਿਹਾ ਐਵੇਂ ਇੰਨਾ ਆ ਇੰਨਾ ਲੂਣ ਤੇ ਤਮਾਕੂ ਹਾਂ, ਲੂਣ ਮਿਕਸ ਤੇ- ਕਰਕੇ ਤੇ ਖੰਡ ਨਾਲ ਲਾ ਕੇ ਤੇ ਟਾਕੀ ਬਣ ਛੱਡ। ਟਾਕੀ ਬਣ ਜਾਂਦੇ ਭੇਜ ਛੱਡਣਾ। ਉਹ ਭੇਜ ਛੱਡਣਾ। ਗਲਿਆ ਰਹਿੰਦਾ ਨਾ ਥਾਂ, ਜੀ ਜੀ ਜਿਹੜਾ ਗਲਿਆ ਰਹੇਗਾ ਫਿਰ ਸ਼ਾਮੀ ਧਾਰ ਮਾਰਾਂਗੇ ਸ਼ੀਸ਼ਰਾ ਜਿਹੜਾ ਖੁੱਲ ਕੇ ਆ ਜਾਏਗਾ ਬਾਹਰ। ਸਹੀ ਹੈ। ਤੇ ਇਹ ਜਿਹੜਾ ਤੁਸੀਂ ਇਲਾਜ ਦੱਸਿਆ ਹੈ ਖਾਣ ਦਾ, ਹਾਂਜੀ ਇਹ ਸਾੜੂ ਦਾ ਵੀ ਇਹ ਇਲਾਜ ਹੈ? ਇਹੋ ਹੀ ਸਾੜੂ ਬਣਦਾ, ਇੱਥੋਂ ਹੀ ਸਾੜੂ ਪੈਂਦਾ, ਇੱਥੋਂ ਹੀ ਸਾੜੂ ਬਣਦਾ ਹੈ ਔਰ ਇੱਥੋਂ ਹੀ ਨਾੜ ਖੁੱਲਦੀ ਹੈ। ਇੱਥੋਂ ਹੀ ਨਾੜ। ਅੱਛਾ ਇੱਕ ਬੜਾ ਅਹਿਮ ਸਵਾਲ ਹੈ, ਸਾਨੂੰ ਲੋਕ ਕਹਿੰਦੇ ਨੇ ਕਿ ਜਿਹੜਾ ਨਾੜ ਅੱਗੇ ਆਈ ਜਾਂਦੀ ਹੈ ਨਾ, ਜੀ ਉਹ ਥਣ ਬੰਦ ਹੋ ਜਾਂਦਾ, ਉਹ ਜ਼ਾਇਆ ਹੋ ਜਾਂਦਾ, ਖਰਾਬ ਹੋ ਜਾਂਦਾ ਹੈ। ਨਾੜ ਉਹਦਾ ਕੀ ਕਰੀਏ? ਨਾੜ ਜਿਹੜੇ ਪੈ ਜਾਣੀ ਨਾ ਫਿਰ ਥਾਣੇ ਨਹੀਂ ਬਣਦਾ, ਫੇਰ ਥਣ ਫਿਰ ਨਹੀਂ ਬਣਦਾ, ਫੇਰ ਨਹੀਂ ਬਣਦਾ। ਫਿਰ ਨਹੀਂ। ਤੇ ਉਹਦੀ ਨਿਸ਼ਾਨੀ ਫਿਰ ਸਾਨੂੰ ਦੱਸ ਛੜੋ ਕਿ ਨਾੜ ਆ ਰਹੀ ਹੈ। ਨਾੜ ਜਿਹੜੇ ਆਵੇਗੀ ਨਾ ਤੂੰ ਉਤਲੀ ਤੰਦ ਜਿਹੜੀ ਨਾੜ ਹੈ ਨਾ ਹਾਂ। ਇਹ ਲੱਗ ਪੈਂਦੀ ਹੈ ਕਮਜ਼ੋਰ ਪੈਣ। ਅੱਛਾ ਇਹ ਥਣ ਦੀ ਕਮਜ਼ੋਰ ਪੈਂਦੀ ਜਾਂਦੀ ਹੈ, ਜਿਸ ਤਰ੍ਹਾਂ ਇੱਕ ਛੈ ਘਟਦੀ ਜਾਂਦੀ ਹੈ ਨਾ, ਯਾਨੀ ਥਣ ਜਿਹੜਾ ਵੀ ਹੌਲੀ ਹੌਲੀ ਘਟਦਾ ਆ ਹੈ। ਘਟਦਾ ਜਾਂਦਾ। ਤੇ ਉਹ ਪਹਿਲੇ ਇਲਾਜ ਕਰ ਲਿਆ। ਹਾਂਜੀ ਪਹਿਲਾਂ ਉਹਨੂੰ ਦੇਖ ਲਈਏ ਤਾਂ ਸਾਂਭਿਆ ਹੁੰਦਾ ਹੈ। ਜਿਹੜੇ ਉਹ ਨਾੜ ਸਖਤ ਹੋ ਜਾਵੇ ਚ ਫਿਰ ਐਂਡ ਹੋ ਗਿਆ, ਫੇਰ ਥਣ ਨਹੀਂ ਬਚਦਾ। ਫਿਰ ਨਹੀਂ ਬਚਦਾ। ਕੁਝ ਲੋਕ ਕਹਿੰਦੇ ਨੇ ਕਿ ਸਾਡੀ ਮੱਝ ਤਿਆਰ ਹੋ ਗਈ ਹੈ, ਜੀ ਬਣਨ ਵਾਲੀ ਹੈ ਜਾਂ ਬਣ ਗਈ ਹੈ ਜਾਂ ਸੂਣ ਵਾਲੀ ਹੈ, ਜੀ ਉਹਦਾ ਇੱਕ ਥਣ ਲਮਕ ਗਿਆ ਹੈ, ਹਾਂਜੀ। ਉਹਦੀ ਕੀ ਵਜ੍ਹਾ ਹੁੰਦੀ ਹੈ? ਇੱਕ ਲਮਕਣ ਕੋਈ ਉਂਝ ਕੁਦਰਤੀ ਹੋਣ ਨਾ ਜਾਂਦੇ ਦੁੱਧ ਪਰਤ ਜਾਂਦਾ ਦੂਜੇ ਵਿੱਚ, ਹਾਂ। ਫਿਰ ਜੋ ਲਮਕ ਜਾਂਦਾ ਹੈ। ਸਹੀ ਇੱਕ ਥਣ ਘਟ ਗਿਆ ਦੂਜਾ ਲਮਕ ਗਿਆ। ਸਹੀ। ਤੇ ਜੇ ਅੱਗੇ ਘਾਟੇ ਵਾਧੇ ਨੂੰ ਉਹਨਾਂ ਰਹਿਣੇ ਘਾਟੇ ਵਾਧੇ, ਸਹੀ ਤੇ ਜੇ ਬਰਾਬਰ ਨਾ ਉਹ ਫਿਰ ਜਿੰਨਾ ਚਿਰ ਇੱਕ ਥਾਂ ਦਾ ਪਾਸਾ ਘਟੇਗਾ ਉਤੋਂ ਜਾਲੀ ਦਾ ਫਿਰ ਦੂਸਰਾ ਪਾਸਾ ਭਾਰਾ ਹੋ ਜਾਣਾ। ਜਾਲੀ ਉਤੋਂ ਠੀਕ ਰਹੇਗੀ, ਥਾਂ ਬਰਾਬਰ ਰਹੇਗੀ। ਸਹੀ ਹੋ ਗਿਆ। ਅੱਛਾ ਤੂੰ ਥਣ ਦੇ ਬਾਰੇ ਚ ਕਾਫੀ ਹੱਦ ਤੱਕ ਸਾਨੂੰ ਮਾਲੂਮਾਤ ਦੇ ਦਿੱਤੀ ਜੀ। ਹੈ। ਹੁਣ ਦੱਸਿਓ ਕਿ ਕੁਝ ਮੱਝਾਂ ਜਿਹੜੀਆਂ ਨੇ ਉਹ ਪਾਂ ਮਾਰਦੀਆਂ ਨੇ, ਹਾਂਜੀ। ਜਿਸ ਤਰ੍ਹਾਂ ਮਰਦਾਂ ਨੂੰ ਜਰਿਆਨ ਹੁੰਦਾ ਹੈ, ਔਰਤਾਂ ਨੂੰ ਲਕੋਰੀਆ ਹੁੰਦਾ ਹੈ, ਜੀ। ਉਹਨਾਂ ਦਾ ਚਿੱਟਾ ਜਿਹਾ ਸਫੇਦ ਮਾਦਾ ਪਾਣੀ ਵਰਗਾ ਵੀ ਜੀ। ਤੇ ਦੁੱਧ ਵਰਗਾ ਵੀ ਉਹਨਾਂ ਦੇ ਪੁਸ਼ਤ ਵਿੱਚੋਂ ਨਿਕਲਦਾ ਰਹਿੰਦਾ ਹਾਂਜੀ ਹੈ। ਹਾਂਜੀ। ਉਹ ਪਾਂ ਜਿਹੜੀ ਹੈ ਉਹ ਨੁਕਸਾਨਦੇਹ ਵੇ ਜਾਂ ਉਹਨੂੰ ਵਗਣ ਦਈਦਾ ਹੈ ਜਾਂ ਉਹਦਾ ਕਦੋਂ ਇਲਾਜ ਕਰੀਦਾ ਹੈ? ਉਹਦਾ ਤੇ ਇਲਾਜ ਜਿਹੜੇ ਨਾ ਪੰਜ ਜਿਹੜੇ ਸੂਆ ਡੰਗਰ ਮਾਰੇ ਨਾ ਜੀ ਤੇ ਉਹ ਦੁੱਧ ਦੇ ਅਸਰ ਪਾਉਂਦਾ ਆਣਗੇ। ਦੁੱਧ ਤੇ ਅਸਰ ਪਾਉਂਦਾ? ਦੁੱਧ ਦੇ ਅਸਰ ਪਾਉਂਦਾ, ਦੁੱਧ ਤੇ ਚੜਦਾ ਨਹੀਂ ਡੰਗਰ ਫਿਰ। ਠੀਕ ਹੈ ਉਹ ਬੰਦੀ ਸਾਫ ਪਹਿਲਾਂ ਪਾਂ ਮਾਰਦਾ ਗੰਦੀ, ਫਿਰ ਉਹ ਮਾਰਦਾ ਚਰਬੀ ਅੱਗੋਂ। ਠੀਕ ਹੈ। ਉਹ ਦੁੱਧ ਦੀ ਚਰਬੀ ਦੁੱਧ ਦੀ ਬਣ ਕੇ ਆਉਂਦੀ ਹੈ। ਹਾਂ। ਜਦੋਂ ਉਹ ਚਰਬੀ ਮਾਰਨਾ ਸ਼ੁਰੂ ਕਰੇ ਦੁੱਧ ਘਟ ਜਾਂਦਾ। ਦੁੱਧ ਘਟ ਜਾਂਦਾ ਹੈ। ਹਾਂ ਸਹੀ ਤੇ ਹੋ- ਫਿਰ ਉਹਨੂੰ ਜਿਹੜਾ ਨਾ ਅਸੀਂ ਜਾਂ ਸੇਵੀਆਂ ਦਾ ਪਾਣੀ ਠੰਡਾ ਜਾਂ ਪਿੱਛ ਠੀਕ ਹੈ। ਪਿੱਛ ਕੋਈ ਚਾਰ ਡੰਗ ਦੇਖ ਰਹੀ ਹੈ ਸੋਹਣੀ ਜੀ ਕਰਕੇ ਪਤਲੀ ਜੀ, ਉਸੇ ਦੇ ਸੜ ਬਾਹਰ ਦਾ ਬਣ ਕਿੰਨੀ ਕੁ ਪਿੱਛ ਹੋਏ? ਪਿੱਛੇ ਕੋਈ 2 ਸਰ 2.5 ਸਰ 2.5 ਸਿਰ ਪਿੱਛ ਜਿਹੜੀ ਡੇਲੀ ਬੇਸ ਤੇ ਸ਼ਾਮ ਨੂੰ, ਸ਼ਾਮ ਨੂੰ। ਤੇ ਉਹਦੇ ਨਾਲ ਉਹ ਪਾਮ ਮੁੱਕ ਜੇਗੀ ਬਿਲਕੁਲ ਅੱਲਾ ਦਾ ਹੁਕਮ, ਚਾਰ 3 ਡੰਗ 4 ਦੇ ਖਤਮ। ਤੇ ਉਹ ਸ਼ਾਮ ਨੂੰ ਹੀ ਦੇਣੀ ਹੈ, ਦੁੱਧ ਸਵੇਰੇ ਤੇ ਨਹੀਂ ਦੇਣੀ? ਸਵੇਰੇ ਦੇਖ ਲਓ ਸ਼ੱਕ ਪਿਆ। ਅੱਛਾ ਉਹਦਾ ਦਿਹਾੜੀ 'ਚ 2 ਵਾਰੀ ਵੀ ਦੇ ਸਕਦੇ? 2 ਵਾਰੀ ਵੀ ਦੇ ਸਕਦੇ ਹੋ। ਤਕਰੀਬਨ ਕੋਈ 2.5 ਕਿਲੋ। 2.5 ਕਿਲੋ। ਸਹੀ ਹੋ ਗਿਆ। ਹਾਂ, ਅੱਛਾ ਪਤਲੀ। ਕੁਝ ਲੋਕ ਕਹਿੰਦੇ ਨੇ ਕਿ ਜਦੋਂ ਡੰਗਰ ਸੂਏ ਜੀ ਉਹ ਪਾਂ ਅਗਰ ਮਾਰਦਾ ਹੈ ਤੇ ਹਫਤਾ ਇੱਕ ਇੰਤਜ਼ਾਰ ਕਰਨਾ ਚਾਹੀਦਾ ਉਹਨੂੰ ਪਾਂ ਮਾਰਨ ਦੋ, ਤੁਹਾਡਾ ਕੀ ਖਿਆਲ ਹੈ? ਇਹ ਨਾ ਜਿਹੜਾ ਡੰਗਰ ਸੂਆ ਹੈ ਨਾ ਹਾਂਜੀ। ਉਹ ਪਾਂ ਉਹ ਡੰਗਰ ਮਾਰੇਗਾ ਜਿਹੜਾ ਕੋਈ ਪਿੱਛੇ ਦੀ ਆੜ ਕਰਦਾ ਹੋਏਗਾ, ਜਿਹਨੂੰ ਪਿੱਛਾ ਪੈਂਦਾ ਹੋਏਗਾ। ਠੀਕ ਹੈ। ਜਿਹੜੇ ਜਿਸ ਡੰਗਰ ਨੂੰ ਪਿੱਛਾ ਨਹੀਂ ਨਾ ਪੈਂਦਾ ਹਾਂ। ਉਹ ਪਾਂ ਨਹੀਂ ਮਾਰਦਾ। ਸਹੀ ਹੋ ਗਿਆ। ਪਾਂ ਫਿਰ ਜਾਂ ਇਹ ਜੇਰ ਰਹਿ ਜਾਏਗੀ ਨਾ ਅੰਦਰ, ਹਾਂ। ਫਿਰ ਜੇਰ ਦਾ ਹਿਸਾਬ ਕਿਤਾਬ ਲਾਉਂਦੇ ਹਾਂ, ਉਹਨੂੰ ਕੋਈ ਚੀਜ਼ਾਂ ਦਿੰਦੇ ਨਾ ਖਾਰੀਆਂ, ਹਾਂ ਤੇ ਫਿਰ ਜਾ ਕੇ ਜੋ ਪਾਂ ਮਾਰਨੀ ਸ਼ੁਰੂ ਕਰਦਾ ਡੰਗਰ। ਠੀਕ ਹੈ। ਜਿਲੇ ਉਹ ਪਾਂ ਮਾਰਨੀ ਸ਼ੁਰੂ ਕਰੇ 2-4 ਦਿਨ ਮਾਰ ਲੇ, ਹੂੰ। ਫਿਰ ਉਸ ਤੋਂ ਬਾਅਦ ਜਿਲੇ ਬੰਦ ਕਰਾਣੀ ਉਹ ਫੌਰੀ ਤੌਰ ਪਿੱਛ ਦਿਓ, ਕੜਕ ਬੰਦ। ਯਾਨੀ ਜਦੋਂ ਵੀ ਤੁਸੀਂ ਹਾਂ। ਬੰਦ ਕਰਾਣੀ ਹੈ ਹਾਂਜੀ, ਪਿੱਛ ਪਿੱਛ ਦਿਓ ਪਿੱਛ ਦਿਓ। ਜਾਂ ਸੇਵੀਆਂ ਦਾ ਪਾਣੀ ਹਾਂ ਦਿਓ, ਸੇਵੀਆਂ ਪਾਣੀ ਬੰਦ ਤੇ ਉਹ ਬੰਦ ਹੋ ਜਾਏਗਾ। ਬੰਦ ਹੋ ਜਾਏਗਾ। ਠੀਕ ਹੋ ਗਿਆ। ਜ਼ਬਰਦਸਤ।